ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਜ ਅਸੀਂ ਸ਼ਬਦ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਹੈ, ਹਰ ਜਸ ਰੇ ਮਨਾ ਗਾਈ ਲੈ, ਜੋ ਸੰਗੀ ਹੈ ਤੇਰੋ। ਗੁਰੂ ਗ੍ਰੰਥ ਸਾਹਿਬ ਚ ਜਦੋਂ ਅਸੀਂ ਸ਼ੁਰੂ ਚ ਜਪਜੀ ਸਾਹਿਬ ਪੜ੍ਹਦੇ ਹਾਂ, ਉਹਦੇ ਚ ਵੀ ਪੜ੍ਹਦੇ ਹਾਂ, ਅਸੀਂ ਰੋਜ਼ ਕਰਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਗ੍ਰੰਥ ਸਾਹਿਬ ਚ ਸਾਡੇ ਗੁਰੂ ਨੇ ਸਾਨੂੰ ਪਹਿਲੇ ਅੰਗ ਤੋਂ ਲੈ ਕੇ ਅਖੀਰੀ ਅੰਗ ਤੱਕ ਸਾਨੂੰ ਇਹੀ ਦੱਸਿਆ ਹੈ ਕਿ ਅਸੀਂ ਨਾਮ ਸਿਮਰਨ ਕਰਨਾ, ਅਸੀਂ ਬਾਣੀ ਪੜ੍ਹਨੀ ਆ, ਔਰ ਅਸੀਂ ਉਹ ਸਾਡੇ ਨਾਮ ਸਿਮਰਨ ਕਿਸ ਤਰ੍ਹਾਂ ਲੇਖੇ ਲੱਗ ਸਕਦਾ ਹੈ, ਉਹ ਇੱਕੋ ਹੈ ਕਿ ਕਰਮੀ ਆਪੋ ਆਪਣੀ। ਸਾਡੇ ਕਰਮਾਂ ਤੇ ਬਾਬਾ ਜੀ ਨੇ ਸਾਨੂੰ ਬਹੁਤ ਹੀ ਜ਼ੋਰ ਦਿੱਤਾ ਹੈ। ਧਰਮ ਦੀ ਦੁਨੀਆ ਦੇ ਵਿੱਚ ਕਰਮਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਜਿਸ ਤਰ੍ਹਾਂ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਦੋਂ ਅਸੀਂ ਕੋਈ ਵੀ ਸ਼ਬਦ ਪੜ੍ਹਦੇ ਹਾਂ, ਜਦੋਂ ਅਸੀਂ ਕੋਈ ਵੀ ਪਾਠ ਕਰਦੇ ਹਾਂ, ਤੇ ਉਹਦੇ ਚ ਇਹ ਹੈਗਾ ਕਿ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜੋ ਸਾਨੂੰ ਦਰਗਾਹ ਚ ਜਾ ਕੇ ਆਪਣਾ ਮੂੰਹ ਛੁਪਾਣਾ ਪਏ। ਤੇ ਉੱਥੇ ਸਾਡੇ ਕਰਮਾਂ ਦੇ ਨਿਬੇੜੇ ਹੋਣਗੇ, ਉੱਥੇ ਸਾਡੇ ਕਰਮਾਂ ਦੇ ਅਨੁਸਾਰ ਹੀ ਅੱਗੇ ਸਾਡੇ ਉਸ ਦਾ ਸਾਨੂੰ ਫਲ ਮਿਲੇਗਾ, ਜੋ ਅਸੀਂ ਇਸ ਜਨਮ ਚ ਸੰਸਾਰ ਤੇ ਅਸੀਂ ਇੱਥੇ ਕੀਤੇ ਨੇ। ਸੱਚਾ ਆਪ ਸੱਚਾ ਦਰਬਾਰ। ਹੁਣ ਇਸ ਦੁਨੀਆ ਤੇ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਵੀ ਕੰਮ ਹੁੰਦਾ ਤੇ ਇੱਥੇ ਹੁੰਦੀਆਂ ਅਦਾਲਤਾਂ। ਅਦਾਲਤ ਚ ਜਿਹਦੇ ਕੋਲ ਪੈਸਾ ਹੁੰਦਾ ਹੈ, ਜਿਹਦੇ ਕੋਲ ਤਾਕਤ ਹੁੰਦੀ ਹੈ, ਉਹ ਤੇ ਅਦਾਲਤ ਚ ਰਿਸ਼ਵਤ ਦੇ ਕੇ ਆਪਣੀ ਤਾਕਤ ਦਿਖਾ ਕੇ, ਆਪਣੇ ਕੰਟੈਕਟਸ ਦਿਖਾ ਕੇ, ਉਹ ਜਿਹੜਾ ਇਨਸਾਫ ਹੁੰਦਾ ਉਹਨੂੰ ਆਪਣੇ ਫੇਵਰ ਚ ਲੈ ਲੈਂਦਾ ਹੈ। ਪਰ ਜਿਹੜੀ ਉਹ ਵਾਹਿਗੁਰੂ ਦੀ ਦਰਗਾਹ ਹੈ, ਜੋ ਵਾਹਿਗੁਰੂ ਦਾ ਸੱਚਾ ਦਰਬਾਰ ਹੈ, ਉੱਥੇ ਨਾ ਤੇ ਵਾਹਿਗੁਰੂ ਨੂੰ ਕੋਈ ਲਾਲਚ ਦੇ ਸਕਦਾ ਹੈ, ਨਾ ਵਾਹਿਗੁਰੂ ਨੂੰ ਕੋਈ ਡਰਾ ਸਕਦਾ ਹੈ, ਨਾ ਵਾਹਿਗੁਰੂ ਨੂੰ ਕੋਈ ਧਮਕਾ ਸਕਦਾ ਹੈ। ਉਹਨੂੰ ਕਿਸੇ ਪ੍ਰਕਾਰ ਦਾ ਲਾਲਚ, ਦਬਾਅ ਦੇ ਕੇ ਕੋਈ ਵੀ ਆਪਣੇ ਫੇਵਰ ਦੇ ਵਿੱਚ ਵਾਹਿਗੁਰੂ ਕੋਲੋਂ ਕੋਈ ਵੀ ਆਪਣੇ ਫੇਵਰ ਚ ਇਨਸਾਫ ਨਹੀਂ ਕਰਾ ਸਕਦਾ। ਉੱਥੇ ਇੱਕੋ ਚੀਜ਼ ਹੈ ਕਿ ਜੋ ਸਾਡੇ ਫੇਵਰ ਚ ਜਾ ਸਕਦੀ ਹੈ, ਉਹ ਹੈਗੇ ਨੇ ਸਾਡੇ ਕਰਮ। ਉਹ ਇੱਕ ਸੱਚਾ ਦਰਬਾਰ ਇੱਕ ਇਹੋ ਜਿਹਾ ਹੈ ਜਿੱਥੇ ਕਿ ਅਸੀਂ ਸਾਡੇ ਜੋ ਇਸ ਧਰਤੀ ਤੇ ਜੋ ਵੀ ਸਾਡੇ ਕਰਮ ਨੇ, ਉਹਦੇ ਅਕੋਰਡਿੰਗਲੀ ਸਾਨੂੰ ਉੱਥੇ ਦਰਗਾਹ ਦੇ ਵਿੱਚ ਜਗ੍ਹਾ ਮਿਲੇਗੀ। ਪਹਿਲੀ ਗੱਲ, ਦਰਗਾਹ 'ਚ ਜਗ੍ਹਾ ਮਿਲੇਗੀ ਵੀ ਕਿ ਨਹੀਂ ਮਿਲੇਗੀ, ਇਹ ਤੇ ਸਾਡੇ ਕਰਮਾਂ ਤੇ ਡਿਪੈਂਡ ਕਰਦਾ ਹੈ। ਜਦੋਂ ਅਸੀਂ ਇਸ ਧਰਤੀ ਤੇ ਆਨੇ ਆ, ਇਸ ਧਰਤੀ ਤੇ ਦੁਨੀਆ ਦੋ ਤਰ੍ਹਾਂ ਦੀ ਦੁਨੀਆ ਮੰਨੀ ਗਈ ਹੈ। ਇੱਕ ਤੇ ਹੈਗੀ ਆ, ਜੇ ਇਸ ਭੂਮੀ ਤੇ ਦੋ ਤਰ੍ਹਾਂ ਦੀ ਹੈ। ਹੁਣ ਇਹਦੇ ਤੇ ਪਸ਼ੂ ਵੀ ਨੇ, ਪਕਸ਼ੀ ਵੀ ਨੇ, ਮਨੁੱਖ ਵੀ ਹੈਗੇ ਨੇ। ਸਾਡਾ ਜੀਵਨ ਵੀ ਇਸ ਧਰਤੀ ਤੇ ਹੈ। ਤੇ ਇੱਕ ਹੈ ਭੋਗ ਭੂਮੀ। ਭੋਗ ਭੂਮੀ ਚ ਕੌਣ ਆਉਂਦੇ ਨੇ? ਜੋ ਕਿ ਆਪਣਾ ਜੀਵਨ ਇਸ ਧਰਤੀ ਤੇ ਆਏ, ਉਹਨਾਂ ਨੇ ਖਾਇਆ, ਉਹਨਾਂ ਨੇ ਪੀਆ, ਉਹਨਾਂ ਨੇ ਆਪਣੇ ਮौज ਮਸਤੀ ਕੀਤੀ ਔਰ ਜੀਵਨ ਬਤੀਤ ਕਰਕੇ ਇਸ ਦੁਨੀਆ ਤੋਂ ਚਲੇ ਗਏ। ਜਿਸ ਤਰ੍ਹਾਂ ਕਿ ਇੱਕ ਐਗਜ਼ਾਮਪਲ ਇਹਨਾਂ ਦਾ ਪਸ਼ੂ। ਜਿਸ ਤਰ੍ਹਾਂ ਪਸ਼ੂ ਕੀ ਹੁੰਦੇ ਨੇ, ਉਹਨਾਂ ਨੇ ਖਾ ਲਿਆ ਔਰ ਉਹਨਾਂ ਨੇ ਸੌਂ ਲਿਆ। ਉਹਨਾਂ ਨੂੰ ਹੋਰ ਕੋਈ ਤੀਸਰਾ ਕੰਮ ਨਹੀਂ ਹੁੰਦਾ। ਇਸ ਧਰਤੀ ਤੇ ਪਸ਼ੂ ਪੰਛੀ, ਉਹਨਾਂ ਦੇ ਨਾਲ ਮਨੁੱਖ ਜੀਵਨ ਵੀ ਹੈ, ਵਨਸਪਤੀ ਵੀ ਹੈ। ਪਰ ਵਨਸਪਤੀ ਕੁਝ ਜੋ ਵੀ ਉਹਨਾਂ ਨੇ ਧਰਤੀ ਤੋਂ ਲੈਣਾ, ਉਹਨਾਂ ਨੇ ਇੱਧਰ ਉੱਧਰ ਨਹੀਂ ਜਾਣਾ। ਤੇ ਮੇਨ ਦੋ ਮੰਨਿਆ ਹੈ ਕਿ ਪਸ਼ੂ ਪਕਸ਼ੀ ਔਰ ਮਨੁੱਖ ਜੀਵਨ। ਮਨੁੱਖ ਜੀਵਨ ਹੈ ਜਿੰਨੇ ਕਿ ਉਹਨੇ ਭੋਗਣਾ ਵੀ ਹੈ, ਉਹਦੀ ਭੋਗ ਭੂਮੀ ਵੀ ਹੈ। ਔਰ ਭੋਗ ਭੂਮੀ ਦੇ ਨਾਲ ਬਾਬਾ ਜੀ ਨੇ ਮਨੁੱਖ ਜੀਵਨ ਨੂੰ ਕਰਮ ਭੂਮੀ ਵੀ ਦਿੱਤੀ ਹੈ। ਭੋਗ ਭੂਮੀ
ਮਨੁੱਖ ਨੂੰ ਦਿੱਤੀ ਹੈ ਕਿ ਇਹਨੇ ਇੱਥੇ ਖਾਣਾ ਹੈ, ਇੱਥੇ ਇਹਨੇ ਆਪਣਾ ਜੀਵਨ ਬਤੀਤ ਕਰਨਾ ਹੈ। ਤੇ ਉਹ ਜਿਸ ਤਰ੍ਹਾਂ ਪਸ਼ੂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਹੈ ਵਾਹਿਗੁਰੂ ਨੇ, ਉਸ ਤਰ੍ਹਾਂ ਹੀ ਮਨੁੱਖ ਨੂੰ ਮਨੁੱਖ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਹੈ। ਪਰ ਜਿਹੜੇ ਕਰਮ ਹੈਗੇ ਨੇ ਉਹ ਸਿਰਫ ਬਾਬਾ ਜੀ ਨੇ ਮਨੁੱਖ ਜੀਵਨ ਨੂੰ ਦਿੱਤੇ ਨੇ, ਕਿ ਮਨੁੱਖ ਨੂੰ ਦਿੱਤੇ ਨੇ ਕਿ ਅਸੀਂ ਕਰਮ ਕਰਨੇ ਨੇ। ਔਰ ਇਸ ਵਾਸਤੇ ਬਾਬਾ ਜੀ ਨੇ ਸਾਨੂੰ ਪੂਰੀ ਫਰੀडम ਦਿੱਤੀ ਹੈ, ਸਾਨੂੰ ਇਜਾਜ਼ਤ ਹੈ ਕਿ ਅਸੀਂ ਚਾਹੇ ਅੱਛੇ ਕਰਮ ਕਰੀਏ, ਚਾਹੇ ਅਸੀਂ ਮੰਦੇ ਕਰਮ ਕਰੀਏ। ਪਰ ਇਹਦੇ ਚ ਵਾਹਿਗੁਰੂ ਨੇ ਹੁਣ ਸਾਨੂੰ ਸੋਝੀ ਵੀ ਦਿੱਤੀ ਹੈ, ਪਰ ਅਸੀਂ ਆਪਣੇ ਕਰਮਾਂ ਦੇ ਨਾਲ ਪੂਰੀ ਫਰੀडम ਹੈਗੀ ਹੈ ਕਿ ਕਰਮ ਅਸੀਂ ਚੰਗੇ ਵੀ ਕਰ ਸਕਦੇ ਹਾਂ, ਅਸੀਂ ਮਾੜੇ ਵੀ ਕਰ ਸਕਦੇ ਹਾਂ। ਔਰ ਇੱਕ ਮਨੁੱਖ ਹੈਗਾ ਕਿ ਅਗਰ ਉਹ ਠਾਣ ਲੈਂਦਾ ਹੈ ਤੇ ਉਹ ਉੱਚੇ ਤੋਂ ਉੱਚਾ ਕਰਮ ਕਰਕੇ ਉਹ ਪਰਮਾਤਮਾ ਨੂੰ ਵੀ ਮਿਲ ਸਕਦਾ ਹੈ। ਔਰ ਉਹੀ ਮਨੁੱਖ ਨੀਚੇ ਤੋਂ ਨੀਚਾ ਕਰਮ ਕਰਕੇ ਉਹ ਪਸ਼ੂਆਂ ਨੂੰ ਵੀ ਆਪਣੇ ਅੰਦਰ, ਵੈਸੇ ਤੇ ਬਾਣੀ ਚ ਕਈ ਜਗ੍ਹਾ ਵੀ ਆਂਦਾ ਹੈ ਕਿ ਮਨੁੱਖ ਦੇ ਅੰਦਰ ਹੀ ਇਹ ਸਾਰੇ ਪਸ਼ੂ ਵਾਸ ਕਰਦੇ ਨੇ, ਪਰ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਅੰਦਰ ਦੇ ਪਸ਼ੂਆਂ ਨੂੰ ਜਾਗਰਿਤ ਕਰੀਏ ਆਪਣੇ ਭੈੜੇ ਕਰਮਾਂ ਦੇ ਨਾਲ, ਜਾਂ ਅਸੀਂ ਆਪਣੇ ਚੰਗੇ ਕਰਮਾਂ ਦੇ ਨਾਲ ਅਸੀਂ ਵਾਹਿਗੁਰੂ ਨੂੰ ਖੁਸ਼ ਕਰੀਏ ਔਰ ਅਸੀਂ ਪਰਮਾਤਮਾ ਦੇ ਨਜ਼ਦੀਕ ਜਾਈਏ, ਜਾਂ ਉਹਨੂੰ ਮਿਲਣ ਵਾਸਤੇ ਅਸੀਂ ਉਹ ਕਰਮ ਕਰੀਏ ਕਿ ਜੋ ਸਾਨੂੰ ਪਰਮਾਤਮਾ ਦੇ ਨਜ਼ਦੀਕ ਲੈ ਕੇ ਜਾਏ। ਇਹਦਾ ਇੱਕ ਬਹੁਤ ਅੱਛਾ ਐਗਜ਼ਾਮਪਲ ਹੈਗਾ ਨੇ, ਜਿਸ ਤਰ੍ਹਾਂ ਕਿ ਮੈਨੂੰ ਹਰ ਵਾਰੀ ਇੱਕ ਬੀਜ ਦਾ ਐਗਜ਼ਾਮਪਲ ਹੀ ਆਉਂਦਾ, ਜਿਸ ਤਰ੍ਹਾਂ ਸੀਡਸ ਹੁੰਦੇ ਆ, ਅਸੀਂ ਧਰਤੀ ਤੇ ਸੀਡ ਬੋਨੇ ਆ ਤੇ ਉਹਦੇ ਚ ਸੀਡ ਬੜੇ ਤਰ੍ਹਾਂ ਦੇ ਹੁੰਦੇ ਆ, ਔਰ ਅਗਰ ਅਸੀਂ ਹੁਣ ਧਰਤੀ ਤੇ ਨਿੰਮ ਬੋਵਾਂਗੇ ਤੇ ਉਹਦੇ ਵਿੱਚ ਨਿੰਮ ਹੀ ਨਿਕਲੇਗੀ, ਉਹਦੇ ਚ ਕੋਈ ਮਿੱਠਾ ਫਲ ਨਹੀਂ ਮਿਲ ਸਕਦਾ। ਇਸ ਲਈ ਸਾਨੂੰ ਬਾਬਾ ਜੀ ਨੇ ਕਿਹਾ ਚੰਗੇ ਕਰਮ ਕਰੋ ਤਾਂ ਕਿ ਉਹਦਾ ਫਲ ਵੀ ਚੰਗਾ ਹੋਏ। ਹੁਣ ਜੋ ਪਸ਼ੂ ਜੀਵਨ ਹੈਗਾ, ਪਸ਼ੂ ਜੀਵਨ ਸਿਰਫ ਉਦੋਂ ਤੱਕ ਹੀ ਹੈ, ਉਹਨੇ ਆਪਣੇ ਜ਼ਰੂਰਤ ਦੇ ਅਨੁਸਾਰ, ਉਹਨੂੰ ਜਿੰਨੀ ਭੁੱਖ ਲੱਗੀ ਹੈ ਪਸ਼ੂਆਂ ਨੂੰ, ਉਹਨੇ ਓਨਾ ਹੀ ਸ਼ਿਕਾਰ ਕਰਨਾ ਹੈ, ਉਸ ਤੋਂ ਜ਼ਿਆਦਾ ਉਹਦੇ ਮਨ ਚ ਨਹੀਂ ਹੁੰਦਾ ਲਾਲਚ। ਉਹਨੇ ਅਗਰ ਇੱਕ ਪਸ਼ੂ ਨੂੰ 2 ਦਿਨ ਭੁੱਖ ਨਹੀਂ ਲੱਗੀ ਤੇ ਉਹਨੇ 2 ਦਿਨ ਕਿਸੇ ਪਸ਼ੂ ਦਾ, ਦੂਸਰੀ ਚੀਜ਼ ਦਾ ਉਹਨੇ ਸ਼ਿਕਾਰ ਨਹੀਂ ਕਰਨਾ ਜਦੋਂ ਤੱਕ ਉਹਨੂੰ ਭੁੱਖ ਨਹੀਂ ਲੱਗੇਗੀ। ਪਸ਼ੂ ਜੀਂਦਾ ਹੈ ਆਪਣੀ ਜ਼ਰੂਰਤ ਦੇ ਉੱਤੇ, ਪਰ ਮਨੁੱਖ ਜੀਵਨ ਜਿਹੜਾ ਮਨੁੱਖ ਹੈਗਾ ਉਹ ਜੀਂਦਾ ਹੈ ਆਪਣੀ ਖੁਆਇਸ਼ਾਂ ਦੇ ਉੱਤੇ, ਜੋ ਕਿ ਸਾਡੀ ਖੁਆਇਸ਼ਾਂ ਇੰਨੀਆਂ ਹੋ ਜਾਂਦੀਆਂ ਨੇ ਕਿ ਸਾਡੇ ਐਂਡ ਤੱਕ, ਸਾਡੇ ਅਖੀਰੀ ਸਵਾਸ ਤੱਕ ਸਾਡੀਆਂ ਫਰਮਾਇਸ਼ਾਂ ਕਦੀ ਖਤਮ ਨਹੀਂ ਹੁੰਦੀਆਂ। ਔਰ ਮਨੁੱਖ ਜੋ ਪਸ਼ੂ ਹੈ ਉਹਨੇ ਆਪਣਾ ਜੀਵਨ ਬਤੀਤ ਕਰਨਾ, ਉਹਨੇ ਖਾਣਾ, ਉਹਨੇ ਸੋਣਾ ਔਰ ਉਹ ਖੁਸ਼ ਹੈ। ਔਰ ਜੋ ਮਹਾਪੁਰਖ ਨੇ, ਜੋ ਉੱਚੀਆਂ, ਜੋ ਸੱਚੀਆਂ ਸੁੱਚੀਆਂ ਜੋ ਭਜਨ ਬੰਦਗੀ ਕਰਦੇ ਨੇ, ਉਹ ਵੀ ਆਨੰਦ ਚ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਕਿਸੇ ਚੀਜ਼ ਦੀ ਲਾਲਸਾ ਨਹੀਂ ਰਹਿੰਦੀ। ਪਰ ਜਿਹੜਾ ਵਿੱਚ ਦਾ ਜਿਹੜਾ ਮਨੁੱਖ ਹੈਗਾ, ਉਹ ਦੁਖੀ ਕਿਉਂ ਰਹਿੰਦਾ ਹੈ? ਉਹ ਦੁਖੀ, ਸਾਰਿਆਂ ਨਾਲੋਂ ਜ਼ਿਆਦਾ ਮਨੁੱਖ ਦੁਖੀ ਰਹਿੰਦਾ। ਇੱਕ ਤੇ ਮਹਾਪੁਰਸ਼ ਹੋ ਗਏ ਜੋ ਕਿ ਭਜਨ ਬੰਦਗੀ ਚ ਰਹਿੰਦੇ ਨੇ, ਉਹਨਾਂ ਨੇ ਤੇ ਫਿਰ ਕਾਬੂ ਪਾ ਲੈਂਦੇ ਨੇ ਆਪਣੀ ਖੁਆਇਸ਼ਾਂ ਦੇ ਉੱਤੇ, ਆਪਣੀ ਇੰਦਰੀਆਂ ਦੇ ਉੱਤੇ ਕਾਬੂ ਪਾ ਲੈਂਦੇ ਨੇ, ਇਸ ਲਈ ਉਹ ਆਨੰਦਮਈ ਜੀਵਨ ਚ ਰਹਿੰਦੇ ਨੇ। ਔਰ ਪਸ਼ੂ ਜੋ ਹੈਗੇ ਨੇ ਉਹ ਆਪਣਾ ਸਿਰਫ ਉਹਨਾਂ ਨੇ ਖਾਣਾ ਪੀਣਾ, ਔਰ ਉਹਨਾਂ ਦੇ ਅੰਦਰ ਕੋਈ ਖੁਆਇਸ਼ਾਂ ਨਹੀਂ ਹੁੰਦੀਆਂ, ਔਰ ਉਹਨਾਂ ਨੇ ਉਹਨਾਂ ਹੀ ਆਪਣੀ ਜੀਵਿਕਾ, ਉਨੀ ਕੁ ਜੀਵਿਕਾ ਉਹਨਾਂ ਨੇ ਆਪਣੀ ਖਾਣੀ ਪੀਣੀ ਹੈ ਜਿੰਨਾ ਕਿ ਉਹਨਾਂ ਨੂੰ ਲੋੜ ਹੈ। ਪਰ ਇੱਕ ਮਨੁੱਖ ਹੈ ਕਿ ਜੋ ਕਿ ਸਾਰੇ ਸੰਸਾਰ ਤੇ ਤੁਸੀਂ ਕਿਤੇ ਵੀ ਦੇਖ ਲਓ, ਮਨੁੱਖ ਦੀਆਂ ਖੁਆਇਸ਼ਾਂ ਕਦੀ ਖਤਮ ਨਹੀਂ ਹੁੰਦੀਆਂ, ਔਰ ਮਨੁੱਖ ਹਮੇਸ਼ਾ ਇਸੇ ਕਰਕੇ ਉਹ ਦੁਖੀ ਹੀ ਰਹਿੰਦਾ ਹੈ। ਔਰ ਕਿਉਂ ਦੁਖੀ ਰਹਿੰਦਾ? ਹੁਣ ਇਹਦੇ ਚ ਵੀ ਜਿਸ ਤਰ੍ਹਾਂ ਸਾਇੰਟਿਸਟ ਹੁਣ ਜੋ ਲੇਟੈਸਟ ਰਿਸਰਚ ਆਈ ਹੈ, ਕੋਈ ਵੀ ਅਗਰ ਬੀਜ ਹੁੰਦਾ ਹੈ, ਅਸੀਂ ਉਹ ਬੀਜ ਦੇਖ ਕੇ ਹੀ ਉਹਦੇ ਤੇ ਦੱਸ ਦਿੰਦੇ ਨੇ ਕਿ ਇਹਦਾ ਅੱਗੇ ਜਾ ਕੇ ਇਹਦੇ ਚ ਕਿਸ ਤਰ੍ਹਾਂ ਦਾ ਪੌਦਾ ਨਿਕਲੇਗਾ, ਉਹਦੇ ਚ ਫੁੱਲ ਕਿਸ ਤਰ੍ਹਾਂ ਦੇ ਨਿਕਲਣਗੇ, ਫੁੱਲ ਦਾ ਕਲਰ ਕੀ ਹੋਏਗਾ, ਔਰ ਉਸ ਤੋਂ ਅੱਗੇ ਉਹਦਾ ਫਲ ਕਿਸ ਤਰ੍ਹਾਂ ਦਾ ਹੋਏਗਾ। ਜਿਸ ਤਰ੍ਹਾਂ ਹੁਣ ਲੇਟੈਸਟ ਰਿਸਰਚ ਚੱਲਦੀ ਹੈ ਕਿ ਇਹਦੇ ਚ ਅੱਜ ਕੱਲ ਫਲ ਕਦੀ ਮਿੱਠੇ ਨਹੀਂ ਹੁੰਦੇ, ਮਿਠਾਸ ਜ਼ਿਆਦਾ ਆ ਰਹੀ ਹੈ, ਤੇ ਉਹਦੇ ਚੋਂ ਰਿਸਰਚ ਲੇਟੈਸਟ ਕਰੀ ਜਾਂਦੇ ਨੇ। ਪਰ ਜਿੱਥੇ ਸਾਡਾ ਕਰਮਾਂ ਦਾ ਜੀਵਨ ਆ ਜਾਂਦਾ ਹੈ, ਹੁਣ ਅਸੀਂ ਕਿਸ ਤਰ੍ਹਾਂ ਦੇ ਕਰਮ ਕਰੀਏ ਕਿ ਸਾਡਾ ਅੱਗੇ ਫਲ ਅੱਛਾ ਹੋਏ, ਤੇ ਉਹ ਸਾਨੂੰ ਕੌਣ ਦੱਸੇਗਾ? ਉਹਦੇ ਵਾਸਤੇ ਸਾਨੂੰ ਚਾਹੀਦੇ ਹੁੰਦੇ ਨੇ ਗੁਰੂ।
ਉਹਦੇ ਵਾਸਤੇ ਸਾਨੂੰ ਚਾਹੀਦੇ ਹੁੰਦੇ ਨੇ ਸੰਤ, ਉਸ ਵਾਸਤੇ ਸਾਨੂੰ ਚਾਹੀਦੇ ਹੁੰਦੇ ਨੇ ਉਹ ਮਹਾਂਪੁਰਖ ਕਿ ਜੋ ਸਾਨੂੰ ਰਸਤਾ ਦਿਖਾਏ। ਤੇ ਸਾਨੂੰ ਇੰਨਾ ਸਾਰਾ ਕੁਝ ਕਰਨ ਦੀ ਲੋੜ ਨਹੀਂ ਹੈ। ਸਾਨੂੰ ਤੇ ਸਾਡੇ ਗੁਰੂਆਂ ਨੇ ਸਿੱਧਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਤਾਂ ਕਿ ਅਸੀਂ ਉਹ ਪੜ੍ਹੀਏ ਔਰ ਅਸੀਂ ਆਪਣੇ ਜੀਵਨ 'ਚ ਲਾਗੂ ਕਰੀਏ। ਪਰ ਹੁਣ ਇਸ ਤੇ ਸਾਰਿਆਂ ਨਾਲੋਂ ਵੱਡੀ ਚੀਜ਼ ਆ ਜਾਂਦੀ ਹੈ ਕਿ ਹਰ ਇੱਕ ਕੋਈ ਕਹਿੰਦਾ ਕਿ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਡੇ ਹਿਰਦੇ 'ਚ ਬਾਣੀ ਵਸਦੀ ਨਹੀਂ। ਤੇ ਉਹਦਾ ਹੁਣ ਅਸੀਂ ਕਿਸ ਤਰ੍ਹਾਂ ਆਪਣੇ ਹਿਰਦੇ 'ਚ ਬਾਣੀ ਵਸਾਣੀ ਹੈ ਤਾਂ ਕਿ ਸਾਡੇ ਅੱਗੇ ਹਿਰਦੇ 'ਚ ਬਾਣੀ ਵਸ ਕੇ ਅਸੀਂ ਉਹਦੇ ਉੱਤੇ ਚੱਲ ਕੇ ਅਸੀਂ ਅੱਗੇ ਅਸੀਂ ਆਪਣੇ ਜੋ ਕਰਮਾਂ ਦੇ ਫਲ ਨੇ ਉਹ ਅਸੀਂ ਆਪਣੇ ਕਿਸ ਤਰ੍ਹਾਂ ਚੰਗੇ ਕਰੀਏ, ਅਸੀਂ ਆਪਣਾ ਕਿਸ ਤਰ੍ਹਾਂ ਸੁਧਾਰੀਏ। ਜਿਸ ਤਰ੍ਹਾਂ ਸਾਇੰਟਿਸਟ ਕਿਸੇ ਬੀਜ ਦੇ ਉੱਤੇ ਅਗਰ ਕੋਈ ਉਹਨੂੰ ਉਹਦੇ ਤੇ ਰਿਸਰਚ ਕਰਕੇ ਉਹਨੂੰ ਆਪਣੇ ਬੀਜ ਨੂੰ ਬਿਹਤਰ ਕਰਨ ਵਾਸਤੇ ਉਹਦੇ ਉੱਤੇ ਹੋਰ ਐਕਸਪੈਰੀਮੈਂਟਸ ਕਰਦੇ ਰਹਿੰਦੇ ਨੇ, ਪਰ ਸਾਨੂੰ ਤੇ ਐਕਸਪੈਰੀਮੈਂਟਸ ਦੀ ਵੀ ਕਰਨ ਦੀ ਲੋੜ ਨਹੀਂ। ਸਾਨੂੰ ਤੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇਤੇ, ਸਾਡੇ ਗੁਰੂਆਂ ਨੇ ਸਾਨੂੰ ਦੇਤੇ ਬਾਣੀ, ਸਾਨੂੰ ਇੰਨੀ ਸੱਚੀ ਸੁੱਚੀ ਬਾਣੀ ਦੇਤੀ ਕਿ ਅਸੀਂ ਬਾਣੀ ਦੇ ਉੱਤੇ ਚੱਲੀਏ। ਪਰ ਹੁਣ ਜਦੋਂ ਤੱਕ ਸਾਡੀ ਬਾਣੀ ਅਸੀਂ ਸਮਝਾਂਗੇ ਨਹੀਂ, ਆਪਣੇ ਹਿਰਦੇ 'ਚ ਨਹੀਂ ਵਸਾਵਾਂਗੇ ਤੇ ਸਾਡਾ ਉਧਾਰ ਕਿਸ ਤਰ੍ਹਾਂ ਹੋਏਗਾ। ਤੇ ਇਹਦੇ ਵਾਸਤੇ ਵੀ ਸਾਡੀ ਬਾਣੀ ਨੇ ਹੀ ਸਾਨੂੰ ਦੱਸਿਆ ਹੈ ਕਿ ਅਸੀਂ ਆਪਣੇ ਅੰਦਰ ਆਪਣੇ ਹਿਰਦੇ ਦੇ ਵਿੱਚ ਅਸੀਂ ਬਾਣੀ ਕਿਸ ਤਰ੍ਹਾਂ ਵਸਾਈਏ। ਪਰ ਉਹੀ ਹੈ, ਅਗਰ ਸਾਨੂੰ ਸਮਝ ਨਹੀਂ ਆਉਂਦੀ, ਇੱਕ ਇਹਦੇ 'ਚ ਸ਼ਬਦ ਆਂਦਾ ਹੈ, ਸਾਨੂੰ ਬਾਣੀ ਨੇ ਸ਼ਬਦ ਦਿੱਤਾ ਹੈ ਕਿ ਸਾਡੇ ਅੰਦਰ ਜਿਹੜੇ ਪਸ਼ੂ ਨੇ, ਕਿ ਸਾਡੇ ਮਨ ਦੇ ਹਿਰਦੇ ਦੇ ਵਿੱਚ ਇੰਨੀਆਂ ਚੀਜ਼ਾਂ ਨੇ ਕਿ ਅਗਰ ਹੁਣ ਇੱਕ ਐਗਜ਼ਾਮਪਲ ਹੈਗਾ ਕਿ ਜਿਸ ਤਰ੍ਹਾਂ ਸਾਡਾ 3 ਬੈਡਰੂਮ ਦਾ ਘਰ ਹੈਗਾ, ਇੱਕ ਬੈਡਰੂਮ 'ਚ ਇੱਕ ਬੱਚਾ ਹੈ, ਇੱਕ ਬੈਡਰੂਮ 'ਚ ਇੱਕ ਬੱਚਾ ਹੈ, ਇੱਕ ਬੈਡਰੂਮ 'ਚ ਮਾਤਾ ਪਿਤਾ ਆਪ ਰਹਿੰਦੇ ਨੇ। ਔਰ ਹੁਣ ਮੰਨ ਲਓ ਸਾਡੇ ਘਰ ਕਿਸੇ ਨੇ ਕੋਈ ਮਹਿਮਾਨ ਨੇ ਕਿਸੇ ਆਣਾ ਤੇ ਅਸੀਂ ਵੀ ਉਹਦੇ ਵਾਸਤੇ ਇੱਕ ਬੈਡਰੂਮ ਖਾਲੀ ਕਰਾਂਗੇ ਕਿ ਤਾਂ ਕਿ ਉਹ ਮਹਿਮਾਨ ਸਾਡੇ ਘਰ ਆ ਕੇ ਅਸੀਂ ਉਹਨੂੰ ਉਹ ਜਗ੍ਹਾ ਦੇ ਸਕੀਏ। ਉਸੇ ਤਰ੍ਹਾਂ ਜਦ ਅਗਰ ਸਾਡੇ ਘਰ 'ਚ ਕਿਸੇ ਨੇ ਪਰਮਾਨੈਂਟ ਆਣਾ, ਜਿਸ ਤਰ੍ਹਾਂ ਅਸੀਂ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਪਰਮਾਨੈਂਟ ਬਸਾਣਾ ਹੈ ਤੇ ਉਹਦੇ ਵਿੱਚ ਵੀ ਸਾਨੂੰ ਹਿਰਦੇ ਦੇ ਵਿੱਚ ਸਾਨੂੰ ਬਾਬਾ ਜੀ ਵਾਸਤੇ ਜਗ੍ਹਾ ਬਣਾਉਣੀ ਪਏਗੀ। ਔਰ ਕਿਸ ਤਰ੍ਹਾਂ ਜਗ੍ਹਾ ਬਣਾਉਣੀ ਪਏਗੀ, ਕਿਉਂਕਿ ਸਾਡੇ ਮਨ 'ਚ ਤੇ ਵਿਕਾਰ ਬੜੇ ਸਾਰੇ ਨੇ। ਤੇ ਇੱਕ ਇਹਦੇ 'ਚ ਸ਼ਬਦ ਹੈਗਾ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ। ਇਹਦੇ 'ਚ ਸਾਰੇ ਬਾਬਾ ਜੀ ਨੇ ਸਾਡੇ ਇਸ ਸ਼ਬਦ ਦੇ ਵਿੱਚ ਦਿੱਤੇ ਹੋਏ ਨੇ ਕਿ ਸਾਡੇ ਮਨ ਦੇ ਵਿੱਚ ਲੋਭ ਨਾਮ ਦਾ ਕੁੱਤਾ ਵਾਸ ਕਰਦਾ ਹੈ ਔਰ ਕੂੜ ਝੂਠ ਵੀ ਸਾਡੇ ਮਨ ਦੇ ਵਿੱਚ ਵਾਸ ਕਰਦਾ ਹੈ, ਕਿਉਂਕਿ ਝੂਠ ਬੋਲ ਕੇ ਅਸੀਂ ਲੋਕਾਂ ਨੂੰ ਠੱਗੀਆਂ ਕਰਦੇ ਹਾਂ ਤੇ ਜਦੋਂ ਠੱਗੀਆਂ ਕਰਦੇ ਹਾਂ ਤੇ ਫਿਰ ਇਹ ਵੀ ਤੇ ਸਾਡੇ ਮਾੜੇ ਕਰਮ ਹੋ ਗਏ। ਪਰ ਨਿੰਦਾ ਇਹਦੇ 'ਚ ਬਾਬੇ ਨੇ ਦੂਸਰਾ ਦਿੱਤਾ, ਪਹਿਲਾਂ ਲੋਭ ਦਿੱਤਾ ਹੈ, ਫਿਰ ਝੂਠ ਦਿੱਤਾ ਹੈ, ਫਿਰ ਪਰ ਨਿੰਦਾ ਦੂਜੇ ਦੀ ਚੁਗਲੀ ਨਿੰਦਾ ਕਰਦੇ ਆ। ਨਿੰਦਾ ਕਰਕੇ ਅਸੀਂ ਆਪਣੇ ਮਨ ਨੂੰ ਇੰਨਾ ਮੈਲਾ ਕਰ ਲੈਂਦੇ ਆ। ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਇਹਦੇ 'ਚ ਸਾਡੇ ਮਨ ਦੇ ਅੰਦਰ ਕ੍ਰੋਧ ਵੀ ਹੈਗਾ। ਰਸ ਕਸ ਆਪ ਸਲਾਣਾ, ਅਸੀਂ ਇਸ ਪੂਰੇ ਸ਼ਬਦ ਦੇ ਵਿੱਚ ਮੈਂ ਖੜਕ ਸਿੰਘ ਜੀ ਨੂੰ ਬੇਨਤੀ ਕਰਾਂਗੀ ਕਿ ਆਹ ਵਾਲਾ ਸ਼ਬਦ ਲੱਭ ਕੁੱਤਾ ਕੂੜ ਚੂੜਾ ਇਹ ਵੀ ਇਹਦੇ 'ਚ ਜਰਾ ਪਾ ਦੇਣਗੇ ਤੇ ਉਹਦੇ 'ਚ ਸਾਰੇ ਪੜ ਸਕਣਗੇ ਕਿ ਇਹਦੇ 'ਚ ਇੰਨੀਆਂ ਰਸਨਾਵਾਂ ਸਾਡੇ ਮਨ ਦੇ ਵਿੱਚ ਆਲਰੇਡੀ ਹੈਗੀਆਂ ਨੇ ਕਿ ਅਸੀਂ ਆਪਣੇ ਆਪ ਨੂੰ ਹੀ ਸਲਾਉਂਦੇ ਰਹਿੰਦੇ ਆ। ਤੇ ਫਿਰ ਮਨੁੱਖ ਫਿਰ ਬਾਬਾ ਜੀ ਨੂੰ ਪੁੱਛਦਾ ਕਿ ਬਾਬਾ ਜੀ ਫਿਰ ਮੈਂ ਕੀ ਕਰਾਂ, ਮੈਂ ਤੁਹਾਨੂੰ ਮੇਰੇ ਮਨ 'ਚ ਦੇ ਵਿੱਚ ਇੰਨਾ ਕੂੜ ਵਸਿਆ ਹੋਇਆ ਹੈ ਤੇ ਮੈਂ ਆਪਣੇ ਮਨ ਨੂੰ ਕਿੱਦਾਂ ਸ਼ੁੱਧ ਕਰਾਂ ਕਿ ਮੈਂ ਤੁਹਾਨੂੰ ਆਪਣੇ ਹਿਰਦੇ ਵਿੱਚ ਵਸਾ ਸਕਾਂ। ਤੇ ਇਹਦਾ ਅੱਗੇ ਵੀ ਬਾਬਾ ਨੇ ਨਾਲ ਨਾਲ ਸਾਨੂੰ ਬਾਣੀ ਜਵਾਬ ਵੀ ਦਿੰਦੀ ਹੈ ਕਿ ਬਾਬਾ ਬੋਲੀਏ ਪਤ ਹੋਏ, ਕਿ ਅਸੀਂ ਇਹੋ ਜਿਹੇ ਬੋਲ ਬੋਲੀਏ ਕਿ ਸਾਨੂੰ ਇੱਥੇ ਤੇ ਸਾਨੂੰ ਇੱਜ਼ਤ ਮਾਣ ਮਿਲੇ ਹੀ, ਪਰ ਸਾਨੂੰ ਦਰਗਾਹ ਦੇ ਵਿੱਚ ਵੀ ਇੱਜ਼ਤ ਮਾਣ ਮਿਲੇ। ਅਸੀਂ ਇਹੋ ਜਿਹਾ ਅਸੀਂ ਬੋਲੀਏ, ਅਸੀਂ ਇਹੋ ਜਿਹੇ ਉੱਤਮ ਕਰਮ ਕਰੀਏ ਕਿ ਸਾਨੂੰ ਉੱਥੇ ਵੀ ਸਾਨੂੰ ਆਪਣਾ ਅਸੀਂ ਬਾਬਾ ਜੀ ਨੂੰ ਆਪਣਾ ਮੂੰਹ ਦਿਖਾ ਸਕੀਏ ਔਰ ਇਹੋ ਜਿਹੇ ਕਰਮ ਨਾ ਕਰੀਏ ਕਿ ਸਾਨੂੰ ਉਸ ਦੇ ਦਰਗਾਹ ਦੇ ਵਿੱਚ ਰੋਣਾ ਪਏ। ਹੁਣ ਇਸ ਸ਼ਬਦ 'ਚ ਇਹ ਵੀ ਆਂਦਾ ਹੈ ਕਿ ਹੋਰ ਸਾਡੇ ਮਨ 'ਚ ਕਿਹੜੇ ਕਿਹੜੇ ਲਾਲਚ ਨੇ। ਸਾਨੂੰ ਸੋਨੇ ਦਾ ਲਾਲਚ ਹੈ, ਰਸ ਸੋਇਨਾ, ਰਸ ਰੂਪਾ, ਕਾਮਣ ਰਸ, ਪਰਮਲ ਕੀ ਵਾਸ। ਇਹਦੇ 'ਚ ਇੰਨੇ ਸਾਰੇ ਦਿੱਤੇ ਹੋਏ ਨੇ ਕਿ ਸਾਡੇ ਅਵਗੁਣ ਇੰਨੇ ਸਾਰੇ ਹੈਗੇ ਨੇ। ਤੇ ਸਾਡੇ ਅੰਦਰ ਫਿਰ ਇਹਦੇ 'ਚ ਇੱਕ ਪੰਕਤੀ ਇਹ ਵੀ ਆਂਦੀ ਹੈ
कि जिस तरह पुराने जमाने च ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਬਿਹਤਰ ਤੋਂ ਬਿਹਤਰ ਚੀਜ਼ ਕਿ ਸਾਡੇ ਘਰ ਚ ਇਹ ਵੀ ਹੋਵੇ, ਸਾਡਾ ਘਰ ਵੀ ਅੱਛਾ ਹੋਵੇ, ਸਾਡੀ ਕਾਰ ਵੀ ਵੱਡੀ ਹੋਏ। ਪਹਿਲਾਂ ਤੇ ਘੋੜੇ ਹੁੰਦੇ ਸੀ ਕਿ ਸਾਡੇ ਘੋੜੇ ਬਿਹਤਰ ਹੋਣ, ਸਾਡਾ ਘਰ ਅੱਛਾ ਹੋਏ, ਮੰਦਿਰ ਅੱਛਾ ਹੋਏ। ਇਹਦੇ ਚ ਬਾਬਾ ਜੀ ਨੇ ਇੱਕ ਇੱਕ ਚੀਜ਼ ਕਰਕੇ ਦੱਸੀ ਹੈ ਕਿ ਸਾਡੇ ਮਨ ਦੇ ਵਿੱਚ ਇੰਨਾ ਲਾਲਚ, ਇੰਨਾ ਕੂੜ, ਇੰਨਾ ਦਿਖਾਵਾ, ਇੰਨੀ ਨਿੰਦਾ, 10-12 ਚੀਜ਼ਾਂ ਬਾਬਾ ਜੀ ਨੇ ਇਹਦੇ ਵਿੱਚ ਇਸ ਸ਼ਬਦ, ਕਿਉਂਕਿ ਅਗਰ ਇਸ ਸ਼ਬਦ ਦਾ ਕਰਾਂਗੇ ਤੇ ਫਿਰ ਅਸੀਂ ਟਾਈਮ ਬਹੁਤ ਹੋ ਜਾਏਗਾ, ਅਸੀਂ ਦੂਸਰੇ ਸ਼ਬਦ ਨਹੀਂ ਲੈ ਪਾਵਾਂਗੇ। ਤੇ ਇੰਨਾ ਇਹਦੇ ਚ ਦੱਸਿਆ ਹੋਇਆ ਕਿ ਬਾਣੀ ਸਾਡੇ ਅੰਦਰ ਕਿਸ ਤਰ੍ਹਾਂ ਵਸੇਗੀ। ਇਤੇ ਰਸ ਸਰੀਰ ਕੇ ਕਹਿ ਕੱਟ ਨਾਮ ਨਿਵਾਸ। ਬਾਬਾ ਜੀ ਨੇ ਇਹ ਸਾਨੂੰ ਸਿੱਧਾ ਸਾਨੂੰ ਬਾਣੀ ਚ ਸਾਨੂੰ ਦੱਸਦਾ ਹੈ ਕਿ ਜਦ ਇਸ ਸਰੀਰ ਦੇ ਵਿੱਚ ਇੰਨੇ ਸਾਰੇ ਅਵਗੁਣ ਤੂੰ ਆਲਰੇਡੀ ਪਾ ਕੇ ਤੂੰ ਬੈਠਾ ਹੋਇਆ ਤੇ ਰੱਬ ਦਾ ਨਾਮ ਤੂੰ ਕਿੱਥੇ ਕਿਸ ਤਰ੍ਹਾਂ ਵਸੇਗਾ ਤੇਰੇ ਘਰ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰੀਏ, ਅਸੀਂ ਐਨੇ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਬਾਬਾ ਜੀ ਨੇ ਸਾਨੂੰ ਤੇ ਸਿੱਧੀਆਂ ਰਸਤੇ ਸਾਨੂੰ ਦਿਖਾ ਦਿੱਤੇ ਨੇ ਕਿ ਮਿੱਠਾ ਬੋਲਣਾ ਹੈ, ਕਿਸੇ ਦੀ ਨਿੰਦਾ ਨਹੀਂ ਕਰਨੀ, ਸਾਨੂੰ ਆਪਣੇ ਜਿਹੜੇ ਸਾਡੇ ਅਵਗੁਣ ਹੈਗੇ ਇਹਨਾਂ ਤੇ ਸਾਨੂੰ ਕਾਬੂ ਪਾਣਾ ਹੈ ਤਾਂ ਕਿ ਅਸੀਂ ਬਾਬਾ ਜੀ ਦਾ ਭਜਨ ਬੰਦਗੀ ਕਰ ਸਕੀਏ। ਤੇ ਜੋ ਵੀ ਅਸੀਂ ਇੱਥੇ ਕਰਨ ਆਏ ਹਾਂ, ਅਸੀਂ ਆਪਣੇ ਇੰਨੇ ਕਰਮ ਸਵਾਰੀਏ ਤਾਂ ਕਿ ਸਾਨੂੰ ਦਰਗਾਹ ਦੇ ਵਿੱਚ ਬਾਬਾ ਜੀ ਅਸੀਂ ਉਹਨਾਂ ਨੂੰ ਮੂੰਹ ਦਿਖਾਉਣ ਦੇ ਲਾਇਕ ਰਹੀਏ। ਹੁਣ ਇੱਥੇ ਆਪ ਜੀ ਵਾਲਾ ਜਿਹੜਾ ਸ਼ਬਦ ਹੈਗਾ ਹੈ, ਹਰ ਜਸ ਰੇ ਮਨਾ ਗਾਈ ਲੈ ਜੋ ਸੰਗੀ ਹੈ ਤੇਰੋ। ਇਹਦੇ ਚ ਸਾਨੂੰ ਸਾਡੇ ਗੁਰੂਆਂ ਨੇ ਸਿੱਧਾ ਗੁਰੂ ਜੀ ਨੇ ਸਾਨੂੰ ਦੱਸਦਾ, ਗੁਰੂ ਤੇਗ ਬਹਾਦਰ ਜੀ ਨੇ ਸਿੱਧਾ ਦੱਸਿਆ ਕਿ ਹਰ ਜਸ ਰੇ ਮਨਾ ਗਾਈ ਲੈ ਜੋ ਸੰਗੀ ਹੈ ਤੇਰੋ। ਅਸੀਂ ਕਹਿੰਦੇ ਆ ਕਿ ਸਾਡੇ ਮੁਸੀਬਤ ਦੇ ਟਾਈਮ 'ਚ ਸਾਡਾ ਬ੍ਰਦਰ ਸਾਡਾ ਹੈਲਪ ਕਰ ਦੇਗਾ, ਉਹ ਸਾਡੇ ਨਾਲ ਆ ਕੇ ਖੜੇ ਹੋ ਜਾਣਗੇ, ਪਰ ਉਹ ਜਿਹੜੇ ਸਾਡੇ ਦੁੱਖ ਨੇ, ਜਦੋਂ ਅਸੀਂ ਬਾਬਾ ਜੀ ਦੇ ਕੋਲ ਜਾਣਾ, ਜਦੋਂ ਸਾਡਾ ਉਹ ਅੰਤ ਸਮੇਂ ਆ ਗਿਆ ਕਿ ਸਾਡਾ ਜਦੋਂ ਸਰੀਰ ਸਾਥ ਵੀ ਨਹੀਂ ਦੇਗਾ ਤੇ ਬਾਬਾ ਤੇ ਉੱਥੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਿਰਫ ਸਾਡੇ ਕਰਮ, ਸਾਡੀ ਬਾਣੀ ਜਪੀ ਹੋਈ ਸਾਡੇ ਨਾਲ ਜਾਏਗੀ ਤੇ ਸਾਨੂੰ ਉਹੀ ਸਾਡੇ ਕੰਮ ਆਏਗੀ। ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਇੱਥੇ ਬਾਬਾ ਨੇ ਸਾਨੂੰ ਸਿੱਧਾ ਕਿਹਾ ਹੈ ਕਿ ਤੂੰ ਮੇਰਾ ਕਹਿਣਾ ਮੰਨ ਕਿ ਤੇਰੀ ਦਿਨ ਬ ਦਿਨ ਤੇਰੀ ਉਮਰ ਬੀਤਦੀ ਜਾ ਰਹੀ ਹੈ ਤੇ ਤੂੰ ਕਦੋਂ ਤੂੰ ਨਾਮ ਜਪੇਗਾ। ਹੁਣ ਇਹਦੇ ਚ ਬਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਮੇਰੀ ਕਰਤੇ ਜਨਮ ਗਿਓ। ਸਾਰੇ ਜਨਮ, ਸਾਰੀ ਉਮਰ ਅਸੀਂ ਮੇਰਾ ਹੈ, ਇਹ ਮੇਰਾ, ਇਹ ਕਰਦੇ ਅਸੀਂ ਆਪਣਾ ਉਹ ਕਰ ਲੈਂਦੇ ਹਾਂ। ਬਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ 12 ਸਾਡੇ ਜਿਹੜੇ ਪਹਿਲਾਂ ਦੇ 12 ਸਾਲ ਹੁੰਦੇ ਨੇ ਸਾਡੇ ਬਚਪਨ ਵਿੱਚ ਨਿਕਲ ਜਾਂਦੇ ਨੇ। ਉਸ ਤੋਂ ਬਾਅਦ ਦੇ ਜਿਹੜੇ 20 ਸਾਲ ਸਾਡੇ ਆਉਂਦੇ ਨੇ ਉਹਦੇ ਚ ਵੀ ਅਸੀਂ ਕੋਈ ਉਹ ਨਹੀਂ ਕਰਦੇ, ਕਿਉਂਕਿ ਉਸ ਟਾਈਮ ਤੇ ਜਵਾਨੀ ਐਨੀ ਹੁੰਦੀ ਹੈ। ਹਰ ਇੱਕ ਮਨੁੱਖ ਆਪਣੀ ਜਵਾਨੀ ਚ ਇੰਨਾ ਮਸਤ ਹੁੰਦਾ ਹੈ, ਉਹ ਕਹਿੰਦਾ ਕਿ ਸਾਨੂੰ ਤੇ ਕਿਸੇ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਜਿਹੜੇ 30 ਸਾਲ ਨੇ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਿਓ, ਮੇਰੀ ਕਰਤੇ ਜਨਮ ਗਿਓ। ਜਿਹੜੇ ਬਾਅਦ ਦੇ ਉਸ ਤੋਂ ਬਾਅਦ ਜਿਹੜੇ 30 ਬਰਸ ਆਉਂਦੇ ਨੇ ਉਹਦੇ ਚ ਇੰਨੀਆਂ ਜ਼ਿੰਮੇਦਾਰੀਆਂ ਵੱਧ ਜਾਂਦੀਆਂ, ਬੱਚਿਆਂ ਨੂੰ ਗ੍ਰਸਤ ਜੀਵਨ ਇੰਨਾ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦੀਆਂ ਪੂਰਤੀਆਂ, ਆਪਣੀਆਂ ਪੂਰਤੀਆਂ ਕਰਨ ਵਾਸਤੇ ਪਹਿਲਾਂ ਦੇ 12 ਸਾਲ, ਫਿਰ 20 ਸਾਲ, 12 ਤੇ 20, 32, ਉਸ ਤੋਂ ਬਾਅਦ ਦੇ 30 ਸਾਲ 62, ਫਿਰ ਉਦੋਂ ਤੱਕ ਤੇ ਬੁਢਾਪਾ ਆ ਜਾਂਦਾ ਹੈ। ਫਿਰ ਅਸੀਂ ਕਦੋਂ ਅਸੀਂ ਨਾਮ ਬਾਣੀ ਪੜ੍ਹਨੀ ਆ। ਪਰ ਅਸੀਂ ਇਸ ਜੀਵਨ ਚ ਅਸੀਂ ਕਹਿੰਦੇ ਆ, ਜਿਹਨੂੰ ਦੇਖੋ ਹਾਲੀ ਸਾਡੀ ਉਮਰ ਨਹੀਂ ਹੈ ਨਾਮ ਬਾਣੀ ਪੜ੍ਹਨ ਦੀ, ਅਸੀਂ ਬੁਢਾਪਾ ਆਏਗਾ ਨਾ ਤੇ ਫਿਰ ਅਸੀਂ ਬਾਬਾ ਜੀ ਦਾ ਨਾਮ ਲਵਾਂਗੇ। ਪਰ ਏਦਾਂ ਨਹੀਂ ਹੈ। ਅਗਰ ਅਸੀਂ ਆਪਣੇ ਜੀਵਨ ਚ ਸੁੱਖ ਚਾਹੁੰਦੇ ਆ ਤੇ ਫਿਰ ਸਾਨੂੰ ਸ਼ੁਰੂ ਤੋਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਰਹਿਣਾ ਹੈ, ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤਾਂ ਕਿ ਸਾਨੂੰ ਔਖਾ ਟਾਈਮ ਦੇਖਣਾ ਹੀ ਨਾ ਪਵੇ। ਔਰ ਔਖਾ ਟਾਈਮ ਵੀ ਅਸੀਂ ਕਹਿੰਦੇ ਆ, ਅਸੀਂ ਸੁੱਖ ਤੇ ਮੰਗਦੇ ਹੀ ਨਹੀਂ ਵਾਹਿਗੁਰੂ ਕੋਲੋਂ। ਅਸੀਂ ਸੁੱਖ ਹਮੇਸ਼ਾ ਸੁੱਖ ਮੰਗਦੇ ਆ, ਅਸੀਂ ਦੁੱਖ ਤੇ ਵਾਹਿਗੁਰੂ ਕੋ ਮੰਗਦੇ ਹੀ ਨਹੀਂ। ਅਗਰ ਅਸੀਂ ਬਾਣੀ ਸਿਮਰਨ ਵੀ ਪੜ੍ਹਦੇ ਆ, ਇਹਦੇ ਵਿੱਚ ਵੀ ਸਾਡਾ ਲਾਲਚ ਹੁੰਦਾ ਹੈ
ਕਿ ਅਸੀਂ ਅਗਰ ਬਾਬਾ ਜੀ ਦਾ ਨਾਮ ਜਪਾਂਗੇ, ਅਗਰ ਅਸੀਂ ਵਾਹਿਗੁਰੂ ਦੇ ਅੱਗੇ ਅਸੀਂ ਭਜਨ ਬੰਦਗੀ ਕਰਾਂਗੇ ਤੇ ਸਾਨੂੰ ਦੁੱਖ ਨਹੀਂ ਆਏਗਾ। ਪਰ ਇਸੀलिए ਸਾਡਾ ਉਧਾਰ ਨਹੀਂ ਹੁੰਦਾ, ਕਿਉਂਕਿ ਅਸੀਂ ਜਦੋਂ ਅਸੀਂ ਬਾਣੀ ਵੀ ਪੜ੍ਹਦੇ ਹਾਂ, ਜਦੋਂ ਅਸੀਂ ਨਾਮ ਸਿਮਰਨ ਵੀ ਕਰਦੇ ਹਾਂ, ਤੇ ਅਸੀਂ ਸਿਰਫ ਆਪਣੇ ਲਾਲਚ ਵਾਸਤੇ ਹੀ ਕਰਦੇ ਹਾਂ ਕਿ ਅਸੀਂ ਵਾਹਿਗੁਰੂ ਦਾ ਨਾਮ ਲਵਾਂਗੇ ਤੇ ਸਾਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲੇਗੀ। ਸਾਡੇ ਜਿਹੜੇ ਸਾਡੇ ਬੁਰੇ ਕਰਮ ਕੀਤੇ ਨੇ ਸਾਡੇ, ਉਹ ਬਾਬਾ ਜੀ ਸਾਡੇ ਮਾਫ ਕਰ ਦੇਣਗੇ। ਪਰ ਅਗਰ ਅਸੀਂ ਇਹ ਸਾਰੀਆਂ ਚੀਜ਼ਾਂ ਤੋਂ ਉੱਠ ਕੇ ਅਗਰ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ ਅਗਰ ਅਸੀਂ ਬੰਦਗੀ ਕਰਾਂਗੇ ਨਾ, ਤੇ ਤਾਂ ਹੀ ਸਾਡਾ ਉਧਾਰ ਹੋਏਗਾ। ਅਗਰ ਅਸੀਂ ਆਪਣੇ ਲਾਲਚਾਂ ਵਾਸਤੇ ਕਿ ਸਾਨੂੰ ਬਾਬਾ ਜੀ ਸੁੱਖ ਦੇਣਗੇ, ਸਾਨੂੰ ਸੰਸਾਰਿਕ ਚੀਜ਼ਾਂ ਦੇਣਗੇ, ਇਹਦੇ ਵਾਸਤੇ ਅਗਰ ਅਸੀਂ ਨਾਮ ਬਾਣੀ ਪੜ੍ਹਦੇ ਹਾਂ, ਤੇ ਉਹ ਸਾਡੇ ਚ ਸਾਡਾ ਉਧਾਰ ਉਹਦੇ ਚ ਨਹੀਂ ਹੁੰਦਾ। ਸੰਪਤ ਰਤ ਧਨ ਰਾਜ ਸਿਉ ਅਤ ਨੇਹੋ ਲਗਾਇਓ। ਤੇ ਅਸੀਂ ਸਾਰੀ ਇਹੀ ਚੀਜ਼ਾਂ ਚ ਆਪਣਾ, ਜਿਹੜੀ ਦੁਨਿਆਵੀ ਚੀਜ਼ਾਂ ਦੇ ਵਿੱਚ ਹੈ, ਅਸੀਂ ਇਹਦੇ ਵਿੱਚ ਹੀ ਆਪਣਾ ਮਨ ਲਗਾ ਕੇ ਬੈਠੇ ਰਹਿੰਦੇ ਆ ਕਿ ਸਾਨੂੰ ਇਹ ਚੀਜ਼ ਚਾਹੀਦੀ ਆ। ਮਾਇਆ ਦੇ ਪਿੱਛੇ ਅਸੀਂ ਫਿਰਦੇ ਰਹਿੰਦੇ ਆ ਤੇ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਕਾਲ ਫਾਸ ਜਬ ਗਲ ਪਰੀ ਸਭ ਪਇਓ ਪਰਾਇਓ। ਔਰ ਜਦੋਂ ਸਾਡਾ ਔਖਾ ਟਾਈਮ, ਜਦੋਂ ਸਾਡੇ ਜੰਮ ਦੀ ਫਾਂਸੀ ਜਦੋਂ ਸਾਡੇ ਗਲੇ 'ਚ ਪੈ ਜਾਂਦੀ ਹੈ ਨਾ, ਉਦੋਂ ਤੇ ਫਿਰ ਸਾਡਾ ਕੋਈ ਵੀ ਸਾਡਾ ਸਾਥੀ ਨਹੀਂ ਹੁੰਦਾ। ਉਦੋਂ ਹੀ ਫਿਰ ਕੌਣ ਸਹਾਈ ਹੁੰਦਾ? ਉਦੋਂ ਵਾਹਿਗੁਰੂ ਹੀ ਸਹਾਈ ਹੁੰਦਾ। ਅਗਰ ਅਸੀਂ ਬਾਣੀ ਪੜਾਂਗੇ, ਸਿਮਰਨ ਕਰਾਂਗੇ, ਔਰ ਉਹ ਵੀ ਪ੍ਰਭੂ ਨੂੰ ਮਿਲਣ ਵਾਸਤੇ, ਆਪਣੇ ਲਾਲਚ ਵਾਸਤੇ ਨਹੀਂ ਕਿ ਸਾਨੂੰ ਸੁੱਖ ਮਿਲਣਗੇ ਜਾਂ ਸਾਨੂੰ ਉੱਥੇ ਦਰਗਾਹ ਦੇ ਵਿੱਚ ਸਾਡੇ ਅਗਰ ਬੁਰੇ ਕਰਮਾਂ ਨੂੰ ਬਾਬਾ ਜੀ ਮਾਫ ਕਰ ਦੇਣਗੇ, ਤੇ ਫਿਰ ਉਹ ਕਰਮਾਂ ਨੂੰ ਮਾਫ ਨਹੀਂ, ਉਹਦੀ ਤੇ ਕਰਮਾਂ ਦੀ ਤੇ ਸਾਨੂੰ ਸਜ਼ਾ ਮਿਲਣੀ ਹੈ। ਜਾਨ ਬੂਝ ਕੇ ਬਾਵਰੇ ਤੈ ਕਾਜ ਬਿਗਾੜਿਓ। ਬਾਬਾ ਜੀ ਨੇ ਸਿੱਧਾ ਲਿਖਿਆ ਕਿ ਮਨੁੱਖ ਨੂੰ ਉਹਨਾਂ ਨੇ ਕਰਮ ਕਰਨ ਦੀ ਫਰੀडम ਦਿੱਤੀ ਹੈ। ਉਹਨਾਂ ਨੇ ਸਾਨੂੰ ਉਹਨਾਂ ਨੇ ਦਿਮਾਗ ਵੀ ਦਿੱਤਾ ਹੈ ਕਿ ਬਾਣੀ ਪੜ੍ਹ ਕੇ ਅਸੀਂ ਚੰਗੇ ਰਸਤੇ ਚੱਲੀਏ। ਪਰ ਤਾਂ ਵੀ ਅਸੀਂ ਜਾਣ ਬੂਝ ਕੇ ਬਾਵਰੇ, ਬਾਬਾ ਜੀ ਕਹਿੰਦੇ ਨੇ ਕਿ ਤੂੰ ਜਾਣ ਬੂਝ ਕੇ, ਤੈਨੂੰ ਸਭ ਕੁਝ ਪਤਾ ਵੀ ਸੀ, ਅਸੀਂ ਰੋਜ਼ ਬਾਣੀ ਵੀ ਪੜ੍ਹਦੇ ਹਾਂ ਕਿ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ, ਪਰ ਫਿਰ ਅਸੀਂ ਜਦੋਂ ਇੱਥੋਂ ਦੀ ਉੱਠ ਕੇ ਜਾਂਦੇ ਹਾਂ, ਫਿਰ ਅਸੀਂ ਉਹੀ ਕਰਮ ਕਾਂਡਾਂ 'ਚ ਲੱਗ ਜਾਂਦੇ ਹਾਂ, ਫਿਰ ਅਸੀਂ ਗਲਤ ਕੰਮ ਕਰਨ ਲੱਗ ਪੈਂਦੇ ਹਾਂ, ਤੇ ਫਿਰ ਤੇ ਉਹ ਬਾਣੀ ਸਾਡੇ ਅੰਦਰ ਨਹੀਂ ਨਾ ਵਸੀ, ਉਹ ਤੇ ਫਿਰ ਸਾਨੂੰ ਤੇ ਨਿਬੇੜੇ ਕਰਨੇ ਹੀ ਪੈਣਗੇ। ਪਾਪ ਕਰਤ ਸੁਖ ਚਿਓ ਨਹੀਂ ਤਹਿ ਗਰਭ ਨਿਵਾਰਿਓ। ਔਰ ਅਸੀਂ ਪਾਪ ਕਰਨ ਵਕਤ ਵੀ ਅਸੀਂ ਕਹਿੰਦੇ ਆ ਸਾਨੂੰ ਤੇ ਬਾਬਾ ਜੀ ਦੇਖ ਹੀ ਨਹੀਂ ਰਹੇ। ਜਦੋਂ ਅਸੀਂ ਕੋਈ ਦਾਨ ਕਰਦੇ ਆ, ਅਸੀਂ ਕੋਈ ਜਦੋਂ ਚੰਗੇ ਕੰਮ ਕਰਦੇ ਆ, ਫਿਰ ਤੇ ਅਸੀਂ ਕਹਿੰਦੇ ਆ ਬਾਬਾ ਜੀ ਅਸੀਂ ਬੜੇ ਚੰਗੇ ਕੰਮ ਕੀਤੇ ਨੇ, ਸਾਨੂੰ ਇਹਦਾ ਜ਼ਰੂਰ ਫਲ ਮਿਲੇਗਾ। ਪਰ ਜਦੋਂ ਅਸੀਂ ਗਲਤ ਕੰਮ ਕਰਦੇ ਆ, ਉਦੋਂ ਤੇ ਸਾਡੇ ਮਨ 'ਚ ਕਦੀ ਅਸੀਂ ਕਹਿੰਦੇ ਸਾਨੂੰ ਤੇ ਬਾਬਾ ਜੀ ਦੇਖ ਹੀ ਨਹੀਂ ਰਹੇ ਆ। ਹੁਣ ਅਸੀਂ ਕਿਤੇ ਵੀ ਚਲੇ ਜਾਈਏ, ਉੱਥੇ ਲਿਖਿਆ ਹੁੰਦਾ ਹੈ ਕਿ ਦਿਸ ਏਰੀਆ ਇਜ਼ ਅੰਡਰ CCTV। ਇਹਦੇ 'ਚ ਬਈ ਕੋਈ ਚੀਜ਼ ਨੂੰ ਹੱਥ ਨਾ ਲਗਾਏ। ਉੱਥੇ ਸਾਰੇ ਕੌਨਸ਼ੀਅਸ ਹੋ ਜਾਂਦੇ ਨੇ ਕਿ ਸਾਡੇ ਹੱਥੋਂ ਕੋਈ ਚੀਜ਼ ਨਾ ਗਿਰ ਜਾਏ, ਕਿ ਸਾਨੂੰ ਭਰਪਾਈ ਨਾ ਕਰਨੀ ਪੈ ਜਾਏ, ਉੱਥੇ ਸਾਨੂੰ ਕੋਈ ਦੇਖ ਲੇਗਾ ਇਹ ਚੀਜ਼ ਨੂੰ। ਉਹ ਸਾਰੇ ਬੜੇ ਕੌਨਸ਼ੀਅਸ ਰਹਿੰਦੇ ਨੇ। ਪਰ ਜਿਹੜਾ ਪਰਮਾਤਮਾ ਸ਼ੁਰੂ ਤੋਂ CCTV ਉਹਨੇ ਲਗਾ ਕੇ ਰੱਖਿਆ ਆਪਣੇ ਕੋਲ, ਜੋ ਸਾਡੇ ਨੀਅਰੈਸਟ ਡੀਅਰੈਸਟ ਨੂੰ ਵੀ ਸਾਡੇ ਨਹੀਂ ਪਤਾ, ਉਸ ਪਰਮਾਤਮਾ ਨੂੰ ਪਤਾ ਹੈ। ਉਹਦੇ ਤੋਂ ਅਸੀਂ ਕਿਸ ਤਰ੍ਹਾਂ ਛੁਪਾ ਸਕਦੇ ਹਾਂ? ਪਰ ਅਸੀਂ ਫਿਰ ਵੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ ਕਿ ਇਹ ਅਸੀਂ ਕੰਮ ਕਰ ਲਈਏ ਤੇ ਪਰਮਾਤਮਾ ਨੂੰ ਨਹੀਂ ਪਤਾ ਚੱਲੇਗਾ। ਪਾਪ ਕਰਤ ਸੁਖ ਚਿਓ ਨਹੀਂ, ਅਸੀਂ ਬਿਲਕੁਲ ਵੀ ਨਹੀਂ ਹਿਚਕਚਾਉਂਦੇ ਗਲਤ ਕੰਮ ਕਰਨ ਵਕਤ। ਜੈ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ। ਬਾਬਾ ਜੀ ਕਹਿੰਦੇ ਨੇ ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ, ਹੇ ਮਨੁੱਖ ਤੂੰ ਉਹ ਕਿਉਂ ਨਹੀਂ ਸੁਣਦਾ? ਨਾਨਕ ਕਹਿਤ ਪੁਕਾਰ ਕੇ। ਬਾਬਾ ਜੀ ਪੁਕਾਰ ਕੇ, ਬਾਬਾ ਜੀ ਕਹਿੰਦੇ ਨੇ ਵੀ ਮੈਂ ਪੁਕਾਰ ਕੇ ਕਹਿ ਰਿਹਾ, ਪਰ ਫਿਰ ਵੀ ਤੂੰ ਸੁਣਦਾ ਨਹੀਂ। ਮੈਂ ਪੁਕਾਰ ਕੇ ਕਹਿ ਰਿਹਾ ਕਿ ਜੋ ਤੂੰ ਆਪਣੇ ਸਾਰੇ ਗਲਤ ਕੰਮ ਛੱਡ, ਤੂੰ ਪ੍ਰਭੂ ਦੀ ਸ਼ਰਨ ਵਿੱਚ ਆ ਜਾ, ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ, ਔਰ ਉਹਦਾ ਬਾਣੀ ਆਪਣੇ ਮਨ 'ਚ ਵਸਾ, ਆਪਣੇ ਮਨ 'ਚ ਉਹਦਾ ਪ੍ਰਭੂ ਦਾ ਨਾਮ ਲੈ, ਵਾਹਿਗੁਰੂ ਦਾ ਨਾਮ ਲੈ, ਤਾਈਓ ਸਾਡਾ ਉਧਾਰ ਹੋਣਾ ਹੈ। ਬਾਣੀ ਸਾਨੂੰ, ਅਸੀਂ ਕੋਈ ਵੀ ਬਾਣੀ ਲੈ ਲਈਏ,
ਅਸੀਂ ਛੋਟੇ ਤੋਂ ਛੋਟਾ ਸ਼ਬਦ ਲੈ ਲਈਏ, ਅਸੀਂ ਵੱਡੇ ਤੋਂ ਵੱਡਾ ਸ਼ਬਦ ਲੈ ਲਈਏ, ਹਰ ਇੱਕ ਬਾਣੀ ਚ ਸਾਡੇ ਜੀਵਨ ਦਾ ਨਿਚੋੜ ਹੈ ਕਿ ਸਾਡੇ ਨਾਲ ਕੁਛ ਨਹੀਂ ਜਾਣਾ, ਸਿਰਫ ਨਾਮ ਬਾਣੀ ਜਾਣੀ ਹੈ ਔਰ ਸੱਚੇ ਅੱਛੇ ਕਰਮ ਕਰਨ ਆਏ ਆ। ਪਰ ਫਿਰ ਵੀ ਅਸੀਂ ਨਹੀਂ ਸੁਧਰਦੇ ਤੇ ਅਸੀਂ ਪਰ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਆਪਣੇ ਕਰਮ ਸੁਧਾਰੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਜੀ ਸੰਗਤ ਜੀ, ਐਨੀ ਕੁ ਸੇਵਾ ਪ੍ਰਵਾਨ ਕਰਨਾ, ਗਲਤੀਆਂ ਮਾਫ ਕਰ ਦੇਣਾ ਜੀ। ਹੁਣ ਅਸੀਂ ਸ਼ਬਦ ਪੜ੍ਹਦੇ ਹਾਂ।